ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਆਓ ਸ਼ੁਕਰਾਨੇ ਦੇ ਨਾਲ ਵਧੀਏ ਅੱਗੇ। ਚਿਹਰੇ 'ਤੇ ਲਿਆਓ ਇੱਕ ਵੱਡੀ ਸਾਰੀ ਮੁਸਕਰਾਹਟ ਅਤੇ ਆਪਾਂ ਸੁਣਾਉਂਦੇ ਹਾਂ ਤੁਹਾਨੂੰ ਇੱਕ ਵਧੀਆ ਜੀ ਕਹਾਣੀ। ਕਹਾਣੀ ਦੇ ਵਿੱਚੋਂ ਕੁਛ ਸਿੱਖਦੇ ਹੋਏ ਆਓ ਵੱਧਦੇ ਹਾਂ ਅੱਜ ਦੇ ਦਿਨ ਦੇ ਵਿੱਚ ਅੱਗੇ। ਅੱਜ ਦੀ ਕਹਾਣੀ ਇੱਕ ਐਸੇ ਸ਼ਿਸ਼ ਦੀ ਕਹਾਣੀ ਜਿਹਨੇ ਬੜੀ ਨਿਹਚਾ ਦੇ ਨਾਲ, ਬੜੇ ਪਿਆਰ ਦੇ ਨਾਲ ਆਪਣੇ ਗੁਰੂ ਦੀ ਸੇਵਾ ਕੀਤੀ। ਹਮੇਸ਼ਾ ਉਹਦੇ ਅੰਗ ਸੰਗ ਰਿਹਾ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਉਹਦੀ ਲੋੜ ਕਦੀ ਵੀ ਕਿਸੇ ਪੱਖੋਂ ਨਾ ਨਹੀਂ ਕੀਤੀ। ਆਪਣਾ ਘਰ-ਬਾਰ ਛੱਡ ਕੇ ਹਮੇਸ਼ਾ ਉਹਦੇ ਨਾਲ ਉਹਦੀ ਸੇਵਾ ਦੇ ਵਿੱਚ ਹਾਜ਼ਰ। ਹੁਣ ਗੁਰੂ ਬੁੱਢਾ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਕਿਸੇ ਵਜ੍ਹਾ ਦੇ ਕਰਕੇ ਗੁਰੂ ਨੇ ਕੁਛ ਜ਼ਰੂਰੀ ਚੀਜ਼ਾਂ, ਕੁਛ ਪੱਤਰ ਕਿਸੇ ਦੂਰ ਦਰੇਡੀ ਥਾਂ ਦੇ ਉੱਤੇ ਭੇਜਣੇ ਸੀ। ਸਮਾਨ ਇੱਦਾਂ ਦਾ ਸੀ ਕਿ ਕਿਸੇ ਭਰੋਸੇ ਵਾਲੇ ਬੰਦੇ ਨੂੰ ਹੀ ਭੇਜ ਸਕਦਾ ਸੀ। ਤੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਆਪਣੇ ਸ਼ਿਸ਼ ਤੋਂ ਵਧੇਰੇ ਹੋਰ ਯਕੀਨ ਕਿਹਦੇ ਤੇ ਕਰਦਾ। ਇਹ ਕਾਗਜ਼ ਪੱਤਰ ਉਸ ਨੂੰ ਦਿੱਤੇ ਤੇ ਕਿਹਾ, ਵੇਖ ਇਹ ਤੂੰ ਜਾ ਕੇ ਪੱਤਰ ਉੱਥੇ ਦੇਣਾ ਤੇ ਉਹਨਾਂ ਲੋਕਾਂ ਦਾ ਜੋ ਵੀ ਜਵਾਬ ਹੋਵੇ ਉਹ ਤੂੰ ਵਾਪਸ ਲੈ ਕੇ ਮੇਰੇ ਕੋਲ ਆਉਣਾ। ਤੇ ਯਾਦ ਰਵੇ, ਨਾ ਇਹ ਵਾਲੇ ਪੱਤਰ ਕਿਸੇ ਦੇ ਹੱਥ ਲੱਗਣ ਤੇ ਨਾ ਉੱਥੋਂ ਵਾਪਸ ਲੈ ਕੇ ਆਂਦੇ ਕਿਸੇ ਦੇ ਹੱਥ ਲੱਗਣ। ਇੰਨਾ ਸਮਝ ਲਈ ਕਿ ਇਹ ਕਾਫੀ ਜ਼ਿਆਦਾ ਜ਼ਰੂਰੀ ਨੇ। ਜਾਂ ਤਾਂ ਕਿਸੇ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਨੇ ਜਾਂ ਫਾਇਦਾ ਕਿਸੇ ਵੀ ਗਲਤ ਬੰਦੇ ਦੇ ਹੱਥ ਲੱਗਣ ਤਾਂ। ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਨੌਜਵਾਨ ਸਫ਼ਰ ਦੇ ਉੱਤੇ ਨਿਕਲ ਪੈਂਦਾ। ਉੱਥੇ ਪਹੁੰਚਦਾ, ਇਹ ਵਾਲੇ ਪੱਤਰ ਦਿੰਦਾ, ਉਹ ਵਾਲੇ ਪੱਤਰ ਉਹਨਾਂ ਦੇ ਕੋਲੋਂ ਵਾਪਸ ਜਵਾਬ ਦੇ ਵਿੱਚ ਲੈਂਦਾ। ਵਾਪਸੀ 'ਤੇ ਖੁਸ਼ੀ ਪਰਤ ਰਿਹਾ। ਮਨ ਦੇ ਵਿੱਚ ਚਾਅ ਹੈ ਕਿ ਗੁਰੂ ਨੇ ਮੈਨੂੰ ਇਸ ਕਾਬਲ ਸਮਝਿਆ, ਗੁਰੂ ਨੇ ਮੇਰੇ ਉੱਤੇ ਯਕੀਨ ਕੀਤਾ। ਰਸਤੇ ਦੇ ਵਿੱਚ ਇੱਕ ਪੁਲ ਕਰੋਸ ਕਰਨ ਲੱਗਾ ਤੇ ਅੱਗੇ ਇੱਕ ਬਦਮਾਸ਼ ਖੜਾ, ਨੰਗੀ ਕਿਰਪਾਨ ਲੈ ਕੇ। ਬਦਮਾਸ਼ ਨੇ ਕਿਹਾ, ਇਹ ਵਾਲੇ ਪੁਲ ਦੇ ਉੱਤੇ ਤੂੰ ਪੈਰ ਤੇ ਰੱਖ ਲਿਆ, ਪਰ ਕੀ ਤੈਨੂੰ ਪਤਾ ਇਹ ਪੁਲ ਮੇਰੀ ਮਲਕੀਅਤ ਹੈ, ਇਹ ਮੇਰਾ ਏਰੀਆ ਪੈਂਦਾ। ਇਸ ਪੁਲ ਦੇ ਉੱਤੇ ਪੈਰ ਰੱਖਣ ਵਾਲੇ ਨੂੰ ਮੇਰੇ ਨਾਲ ਯੁੱਧ ਕਰਨਾ ਪੈਂਦਾ, ਮੇਰੇ ਨਾਲ ਲੜਾਈ ਕਰਨੀ ਪੈਂਦੀ ਹੈ। ਜੇ ਤੂੰ ਨਿਹੱਥੇ ਨੇ ਲੜਾਈ ਕਰਨੀ ਆ ਤੇ ਆ ਜਾ, ਕਿਰਪਾਨ ਚਾਹੀਦੀ ਹੈ ਤੇ ਉਹ ਪਈ ਹੈ। ਆਪਣੀ ਤਾਕਤ ਦੇ ਉੱਤੇ, ਆਪਣੀ ਤਲਵਾਰਬਾਜ਼ੀ ਦੇ ਉੱਤੇ ਬਹੁਤ ਮਾਣ ਸੀ ਇਹਨੂੰ। ਤੇ ਇੱਧਰ ਇਹ ਸ਼ਿਸ਼ ਜਿਹਨੇ ਸਾਰੀ ਉਮਰ ਸਿਰਫ ਗੁਰੂ ਦੀ ਸੇਵਾ ਕੀਤੀ, ਪਾਠ ਪੂਜਾ ਕੀਤੀ, ਇਹ ਕੀ ਜਾਣੇ ਤਲਵਾਰ ਦੇ ਬਾਰੇ, ਇਹ ਕੀ ਜਾਣੇ ਲੜਾਈ ਦੇ ਬਾਰੇ। ਹੈਰਾਨ ਆ ਕਿ ਕਰਾਂ ਤੇ ਕਰਾਂ ਕੀ। ਥੋੜ੍ਹੀ ਦੇਰ ਦੇ ਲਈ ਸੋਚ ਕੇ ਬੜੀ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਵੇਖੋ ਮੇਰੇ ਕੋਲ ਮੇਰੇ ਗੁਰੂ ਦੀ ਕੋਈ ਅਮਾਨਤ ਹੈ। ਜੇ ਤੁਸੀਂ ਬੁਰਾ ਨਾ ਮਨਾਓ ਤੇ ਮੈਂ ਇਹ ਅਮਾਨਤ ਆਪਣੇ ਗੁਰੂ ਤੱਕ ਪਹੁੰਚਾਉਣੀ ਚਾਹੁੰਦਾ। ਸਹੀ ਸਲਾਮਤ ਉੱਥੇ ਦੇ ਆਵਾਂ, ਮੈਂ ਵਾਪਸ ਫਿਰ ਤੁਹਾਡੇ ਕੋਲ ਆ ਜਾਊਂਗਾ। ਜੋ ਵੀ ਤੁਹਾਨੂੰ ਸਲੂਕ ਠੀਕ ਲੱਗੇ ਉਹ ਤੁਸੀਂ ਮੇਰੇ ਨਾਲ ਕਰ ਸਕਦੇ ਹੋ। ਉਸ ਬਦਮਾਸ਼ ਤਲਵਾਰਬਾਜ਼ ਦੇ ਮਨ ਦੇ ਵਿੱਚ ਰਹਿਮ ਆਇਆ ਤੇ ਸੋਚਿਆ, ਚਲੋ ਇਹ ਵੀ ਕਰਕੇ ਵੇਖ ਲੈਂਦੇ। ਤੇ ਜਾਂਦੇ ਜਾਂਦੇ ਦੇ ਕੰਨ 'ਚ ਕਹਿ ਦਿੱਤਾ, ਇੱਥੋਂ ਲੰਘਣ ਵਾਲੇ 99 ਲੋਕਾਂ ਨੂੰ ਮੈਂ ਮਾਰ ਚੁੱਕਾ ਤੇ ਅੱਜ ਤੈਨੂੰ ਮਾਰ ਕੇ 100 ਪੂਰੇ ਕਰਨੇ ਨੇ। ਮੈਂ ਟੀਚਾ ਰੱਖਿਆ ਸੀ ਆਪਣਾ ਕਿ 100 ਬੰਦਾ ਮਾਰਨਾ, ਤੇ ਤੂੰ 100ਵਾਂ ਹੈ। ਟਾਈਮ ਦੇ ਨਾਲ ਪਰਤਾਂ ਵੀ, ਨਹੀਂ ਤੇ ਜਿੱਥੇ ਵੀ ਕਿਤੇ ਜਾਏਗਾ ਲੱਭ ਕੇ ਮੈਂ ਉੱਥੇ ਵੀ ਆ ਜਾਊਂ। ਸ਼ਿਸ਼ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਆ ਕਿ ਇਹਨੇ ਮੈਨੂੰ ਮਾਰ ਦੇਣਾ। ਪਰਵਾਹ ਇਸ ਚੀਜ਼ ਦੀ ਆ ਕਿ ਮੈਂ ਅਮਾਨਤ ਗੁਰੂ ਦੀ ਗੁਰੂ ਕੋਲ ਟਾਈਮ ਸਿਰ ਪਹੁੰਚਾ ਦੇਵਾਂ। ਕਾਲੀ ਕਾਲੀ ਦੇ ਵਿੱਚ ਗੁਰੂ ਕੋਲ ਪਹੁੰਚਦਾ ਵਾ, ਜਾ ਕੇ ਗੁਰੂ ਦੀ ਅਮਾਨਤ ਗੁਰੂ ਨੂੰ ਦਿੰਦਾ ਤੇ ਨਾਲ ਸਾਰੀ ਵਿਥਿਆ ਸੁਣਾਉਂਦਾ। ਆਹ ਕੁਛ ਮੇਰੇ ਨਾਲ ਰਸਤੇ ਦੇ ਵਿੱਚ ਹੋਇਆ ਵਾਪਰਿਆ, ਇਸ ਕਰਕੇ ਮੈਨੂੰ ਇੰਨੀ ਪੈਰੀ ਵਾਪਸ ਮੁੜਨਾ ਪੈਣਾ। ਮੈਂ ਵਾਅਦਾ ਕਰਕੇ ਆਇਆ। ਗੁਰੂ ਘੁੱਟ ਕੇ ਗਲ ਦੇ ਨਾਲ ਲਾਉਂਦਾ ਤੇ ਆਸ਼ੀਰਵਾਦ ਦਿੰਦਾ
ਮੈਨੂੰ ਮਾਣ ਹੈ ਕਿ ਤੂੰ ਇੱਦਾਂ ਸੋਚਦਾ। ਕੋਈ ਹੋਰ ਹੁੰਦਾ ਤੇ ਸ਼ਾਇਦ ਇੱਦਾਂ ਨਾ ਸੋਚਦਾ। ਤੈਨੂੰ ਤਲਵਾਰਬਾਜ਼ੀ ਬਿਲਕੁਲ ਨਹੀਂ ਆਉਂਦੀ। ਤੇਰੇ ਕੋਲ 3 ਰਾਹ ਨੇ। ਰਸਤੇ ਦੇ ਵਿੱਚ ਜਾਂਦਾ ਸੋਚ ਲਈ ਕਿਹੜਾ ਰਾਹ ਤੈਨੂੰ ਜ਼ਿਆਦਾ ਮਾਫਕ ਹੈ। ਗੁਰੂ ਨੇ 3 ਰਾਹ ਦੱਸ ਕੇ ਚੇਲੇ ਨੂੰ ਵਾਪਸ ਤੋਰ ਦਿੱਤਾ। ਇਹ ਚੇਲਾ ਜਦੋਂ ਫਿਰ ਦੁਬਾਰਾ ਤੋਂ ਉਸ ਪੁਲ ਦੇ ਉੱਤੇ ਪਹੁੰਚਿਆ ਤੇ ਉਹ ਬਦਮਾਸ਼ ਉੱਥੇ ਉਹਦਾ ਇੰਤਜ਼ਾਰ ਕਰ ਰਿਹਾ ਸੀ। ਪਹਿਲਾਂ ਤਾਂ ਖੁਸ਼ ਹੋਇਆ ਕਿ ਤੂੰ ਵਾਪਸ ਆ ਗਿਆ, ਪਰ ਮਨ ਦੇ ਵਿੱਚ ਇਹੋ ਹੀ ਆ ਕਿ ਤੂੰ ਮੇਰੇ ਡਰ ਦੇ ਕਰਕੇ ਵਾਪਸ ਆਇਆ। ਖੈਰ, ਹੁਣ ਦੱਸ, ਤੂੰ ਮੇਰੇ ਨਾਲ ਲੜਾਈ ਕਰਨੀ ਹੈ? ਕਿਰਪਾਨ ਚਾਹੀਦੀ ਹੈ ਤੇ ਉਹ ਚੱਕ ਲਾ। ਖਾਲੀ ਹੱਥੀਂ ਵੇਖਣਾ, ਖਾਲੀ ਹੱਥੀਂ ਵੇਖ ਲਾ। ਦੱਸ ਕਿਵੇਂ ਕਰਨੀ ਆ? ਅੱਜ ਮੈਂ ਆਪਣਾ 100 ਪੂਰਾ ਕਰਨਾ। ਕਹਿੰਦੇ ਨੇ ਇਸ ਚੇਲੇ ਨੇ ਕਿਰਪਾਨ ਚੱਕੀ, ਬੜੇ ਸ਼ਾਂਤ ਚਿੱਤ ਹੋ ਕੇ ਕਿਰਪਾਨ ਹਵਾ ਦੇ ਵਿੱਚ ਲਹਿਰਾਈ, ਅੱਖਾਂ ਬੰਦ ਕੀਤੀਆਂ ਤੇ ਜਿੱਦਾਂ ਸਮਾਧੀ ਦੇ ਵਿੱਚ ਲੀਨ ਹੋ ਗਿਆ ਹੋਵੇ। ਇੱਕਦਮ ਬਿਲਕੁਲ ਸ਼ਾਂਤ, ਚਿਹਰੇ ਦੇ ਉੱਤੇ ਕੋਈ ਸ਼ਿਕਨ ਨਹੀਂ, ਕੋਈ ਸ਼ਿਕਵਾ ਕਿਸੇ ਕਿਸਮ ਦਾ ਨਹੀਂ। ਜਿੱਦਾਂ ਤਿਆਰ ਹੋਵੇ ਕਿ ਇਹ ਮੇਰਾ ਸੁਭਾਅ ਹੈ, ਹੁਣ ਜੋ ਤੇਰਾ ਸੁਭਾਅ ਹੈ ਉਹ ਤੂੰ ਕਰ ਲਾ। ਕਹਿੰਦੇ ਨੇ ਉਧਰ ਜਦੋਂ ਉਸ ਤਲਵਾਰਬਾਜ਼ ਨੇ ਇਸ ਤਰ੍ਹਾਂ ਪੈਂਤੜਾ ਲੈਂਦਿਆਂ ਇਹਨੂੰ ਵੇਖਿਆ, ਇਸ ਤਰ੍ਹਾਂ ਸਮਾਧੀ ਦੇ ਵਿੱਚ ਲੀਨ, ਇਹਨਾਂ ਸ਼ਾਂਤ ਚਿੱਤ ਨੂੰ ਵੇਖਿਆ ਤੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਇਸ ਤਰੀਕੇ ਦੇ ਨਾਲ ਤੇ ਆਪਣੇ ਅੱਗੇ ਕਦੀ ਕਿਸੇ ਨੂੰ ਖੜਿਆ ਨਹੀਂ ਵੇਖਿਆ। ਇਹ ਮੇਰੇ ਨਾਲ ਕੀ ਹੋ ਰਿਹਾ? ਇਹ ਮੇਰੇ ਨਾਲ ਕੀ ਕਰ ਰਿਹਾ? ਤਲਵਾਰ ਨਹੀਂ ਚੱਲੀ, ਹੱਥ ਰੁਕ ਗਏ ਨੇ। ਅਗਲੀ ਪਲ ਕੀ ਵੇਖਦਾ ਕਿ ਆਪਣੀ ਤਲਵਾਰ ਸੁੱਟ ਕੇ ਉਹਦੇ ਪੈਰਾਂ ਦੇ ਵਿੱਚ ਪਿਆ। ਸ਼ਿਸ਼ ਇੱਕਦਮ ਆਪਣੀਆਂ ਅੱਖਾਂ ਖੋਲ੍ਹਦਾ। ਇਹ ਉਹਦੇ ਲਈ ਕੋਈ ਬਹੁਤ ਵੱਡਾ ਕ੍ਰਿਸ਼ਮਾ ਸੀ। ਬੋਲ ਸੁਣਦੇ ਨੇ, ਮੈਨੂੰ ਜੇਕਰ ਹੋ ਸਕੇ ਤੇ ਆਪਣੀ ਸ਼ਰਨ ਦੇ ਵਿੱਚ ਲੈ ਲਾ। ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਦਾਂ ਦਾ ਬੰਦਾ ਵੇਖਿਆ ਜਿਹੜਾ ਮੌਤ ਦੇ ਡਰ ਤੋਂ ਘਬਰਾਵੇ ਨਾ, ਮੌਤ ਦਾ ਡਰ ਵੇਖ ਕੇ ਵੀ ਬਿਲਕੁਲ ਸਥਿਰ ਖੜਾ ਰਵੇ। ਮੈਂ ਪਹਿਲੇ ਜਿੰਨੇ ਵੀ ਮਾਰੇ ਨੇ, ਕਿਸੇ ਦੇ ਵਿੱਚ ਵੀ ਇੱਦਾਂ ਦਾ ਵਰਤਾਰਾ ਨਹੀਂ ਵੇਖਣ ਨੂੰ ਮਿਲਿਆ। ਤੂੰ ਇੱਦਾਂ ਦਾ ਕਿਉਂ ਹੈ, ਕਿਵੇਂ ਹੈ? ਤੇ ਜਿਹੜੇ ਵੀ ਗੁਰੂ ਦੇ ਕੋਲ ਤੂੰ ਗਿਆ ਸੀ, ਹੋ ਕੇ ਆਇਆ, ਹੋ ਸਕੇ ਤੇ ਮੈਨੂੰ ਇੱਕ ਵਾਰੀ ਉਹਦੇ ਦਰਸ਼ਨ ਕਰਾ ਦੇ। ਤੇ ਰਸਤੇ ਦੇ ਵਿੱਚ ਸ਼ੇਸ਼ ਨੇ ਦੱਸਿਆ, ਮੈਨੂੰ ਗੁਰੂ ਨੇ ਕਿਹਾ ਸੀ ਤੇਰੇ ਕੋਲ 3 ਹੀ ਰਾਹ ਨੇ। ਜਾਂ ਤਾਂ ਮੈਂ ਤਲਵਾਰ ਚੁੱਕਾਂ ਤੇ ਤੇਰੇ ਨਾਲ ਲੜਨਾ ਸ਼ੁਰੂ ਕਰ ਦੇਵਾਂ, ਜੋ ਕਿ ਮੈਂ ਕਦੀ ਵੀ ਨਹੀਂ ਲੜ ਸਕਦਾ। ਜ਼ਿੰਦਗੀ 'ਚ ਪਹਿਲੀ ਵਾਰ ਮੈਂ ਤਲਵਾਰ ਨੂੰ ਹੱਥ ਪਾਇਆ। ਹੋ ਹੀ ਨਹੀਂ ਸਕਦਾ ਕਿ ਮੈਂ ਤੇਰੇ ਨਾਲ ਮੁਕਾਬਲਾ ਕਰ ਸਕਾਂ। ਤੂੰ ਮਿੰਟ ਨਹੀਂ ਲਾਉਣਾ। ਮੇਰਾ ਚੀਰ ਫਾੜ ਕਰਨ ਲੱਗਿਆ। ਤੇ ਦੂਸਰਾ ਰਸਤਾ, ਮੈਂ ਤੇਰੇ ਅੱਗੇ ਬਿਲਕੁਲ ਸਮਰਪਣ ਕਰ ਦੇਵਾਂ, ਕਵਾਂ ਕਿਆ ਲੈ, ਲਾ ਦੇ ਮੇਰੀ ਧੌਣ। ਤੇਰੇ ਅੱਗੇ ਤਰਲੇ ਪਾਵਾਂ, ਮੈਨੂੰ ਨਾ ਮਾਰ। ਤੇ ਜਿਹੜਾ ਮਾਰਨ ਵਾਲਾ, ਉਹਨੂੰ ਇੱਦਾਂ ਕੀਤਿਆਂ ਸ਼ਾਇਦ ਹੋਰ ਮਜ਼ਾ ਆਉਂਦਾ। ਤੇ ਸ਼ਾਇਦ ਇਹੀ ਤੂੰ ਚਾਹ ਰਿਹਾ ਹੋਵੇਂਗਾ। ਮੈਂ ਤੇਰੇ ਤਰਲੇ ਨਹੀਂ ਮਾਰੇ, ਮੈਂ ਤੇਰੇ ਸਾਹਮਣੇ ਤਲਵਾਰ ਨਹੀਂ ਚੱਕੀ। ਤੀਸਰਾ ਰਸਤਾ ਜੋ ਮੇਰੇ ਗੁਰੂ ਨੇ ਮੈਨੂੰ ਦੱਸਿਆ ਤੇ ਜੋ ਮੈਂ ਸਾਰੀ ਉਮਰ ਸਿੱਖਿਆ, ਤੂੰ ਸਾਰੀ ਉਮਰ ਤਲਵਾਰ ਚਲਾਉਣੀ ਸਿੱਖੀ ਤੇ ਮੈਂ ਸਾਰੀ ਉਮਰ ਭਗਤੀ ਕਰਨੀ, ਰੱਬ ਦੇ ਨਾਲ ਧਿਆਨ ਲਾਉਣਾ ਸਿੱਖਿਆ। ਤੇ ਉਹੀ ਧਿਆਨ ਮੈਂ ਲਾ ਕੇ ਖੜ ਗਿਆ ਸੀ। ਮੈਂ ਇਸ ਚੀਜ਼ ਦੇ ਲਈ ਤਿਆਰ ਸੀ ਕਿ ਜੇ ਮੇਰੇ ਆਖਰੀ ਸਾਹ ਵੀ ਨਿਕਲਣ ਤੇ ਉਸੇ ਤਰ੍ਹਾਂ ਦੀ ਸਮਾਧੀ ਦੇ ਵਿੱਚ ਨਿਕਲਣ, ਉਸੇ ਮੈਡੀਟੇਸ਼ਨ ਦੇ ਵਿੱਚ ਨਿਕਲਣ ਜਿਹੜੀ ਮੈਂ ਆਪਣੇ ਗੁਰੂ ਕੋਲੋਂ ਸਿੱਖੀ ਹੈ। ਮੈਂ ਆਪਣੀ ਲਿਵ ਉਸ ਦੇ ਨਾਲ ਲਾ ਲਈ ਤੇ ਇੰਤਜ਼ਾਰ ਕਰ ਰਿਹਾ ਸੀ ਕਿ ਕਿਹੜਾ ਵੇਲਾ ਹੋਵੇ ਤੂੰ ਆਪਣੀ ਕਿਰਪਾਨ ਮੇਰੇ ਉੱਤੇ ਚਲਾਵੇਂ। ਪਹਿਲੇ 2 ਰਾਹ ਜਿਨ੍ਹਾਂ ਦੇ ਵਿੱਚ ਮੇਰਾ ਬਚਣਾ ਬਿਲਕੁਲ ਹੀ ਨਾਮੁਮਕਿਨ ਸੀ। ਇਹ ਤੀਸਰਾ ਰਾਹ ਸੀ, ਜੇ ਤੂੰ ਮੈਨੂੰ ਮਾਰ ਵੀ ਦਿੰਦਾ ਤੇ ਜਿਹੜਾ ਮੇਰਾ ਕਰਮ ਸੀ ਉਹ ਮੈਂ ਕਰਦੇ ਹੋਏ ਮਰਨਾ ਸੀ। ਜਿਹੜਾ ਤੇਰਾ ਕਰਮ ਸੀ ਉਹ ਤੂੰ ਕਰਦੇ ਹੋਏ ਮੈਨੂੰ ਮਾਰਨਾ ਸੀ। ਤੇ ਕਹਿੰਦੇ ਨੇ ਕਿ ਸਾਰੀ ਉਮਰ ਦੇ ਲਈ ਇਹ ਬਦਮਾਸ਼
ਉਸ ਤੋਂ ਬਾਅਦ ਕਦੀ ਤਲਵਾਰ ਨਹੀਂ ਚੱਕ ਸਕਿਆ ਤੇ ਜਿਹਨੂੰ ਮਾਰਨ ਲੱਗਾ ਸੀ ਅੱਗੇ ਇਹਦਾ ਹੀ ਚੇਲਾ ਬਣ ਕੇ ਸਾਰੀ ਉਮਰ ਰਿਹਾ। ਕਹਿੰਦੇ ਨੇ ਕਿ ਜਾਪਾਨ ਦੇ ਵਿੱਚ ਇਹ ਕਥਾ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਸਾਨੂੰ ਕਾਫੀ ਵੱਡਾ ਸਬਕ ਦੇ ਕੇ ਜਾਂਦੀ ਹੈ। ਜੋ ਤੁਹਾਡਾ ਸੁਭਾਅ ਹੈ ਕਹਿੰਦੇ ਉਹ ਨਹੀਂ ਛੱਡਣਾ ਚਾਹੀਦਾ। ਜੋ ਹੋਣਾ ਹੈ ਉਹ ਜ਼ਿੰਦਗੀ ਦੇ ਵਿੱਚ ਹੋਣਾ। ਜਿਹੜੀ ਚੀਜ਼ ਤੁਹਾਨੂੰ ਬਹੁਤ ਵਧੀਆ ਆਉਂਦੀ ਆ ਉਹਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਜਦੋਂ ਤੁਸੀਂ ਆਪਣਾ ਸਾਰਾ ਕੁਝ ਆਪਣੀਆਂ ਡੋਰੀਆਂ ਉਸ ਦੇ ਉੱਤੇ ਸੁੱਟ ਦਿੰਦੇ ਹੋ ਤੇ ਫਿਰ ਉਹ ਆਪ ਤੁਹਾਡੀ ਰੱਖਿਆ ਕਰਦਾ। ਫਿਰ ਤੁਹਾਡੇ ਹੱਥ ਦੇ ਵਿੱਚ ਨਹੀਂ ਰਹਿ ਜਾਂਦਾ ਆਪਣੇ ਆਪ ਨੂੰ ਕੰਟਰੋਲ ਕਰਨਾ, ਆਪਣੇ ਆਪ ਦੇ ਬਾਰੇ ਸੋਚਣਾ, ਆਪਣੇ ਆਪ ਦੇ ਬਾਰੇ ਡਿਸੀਜ਼ਨ ਲੈਣਾ। ਫਿਰ ਤੁਹਾਡੇ ਬਾਰੇ ਉਹ ਡਿਸੀਜ਼ਨ ਲੈਂਦਾ ਤੁਹਾਡੇ ਲਈ, ਉਹ ਤੁਹਾਡੇ ਅੰਗ ਸੰਗ ਖੜਦਾ ਜਿਹਦੇ ਉੱਤੇ ਆਪਣੀਆਂ ਡੋਰਾਂ ਸੁੱਟੀਆਂ ਹੁੰਦੀਆਂ ਨੇ। ਆਸ ਕਰਦੇ ਹਾਂ ਕਿ ਰੱਬ ਦੇ ਉੱਤੇ, ਪਰਮਾਤਮਾ ਦੇ ਉੱਤੇ ਸੁੱਟ ਕੇ ਡੋਰਾਂ ਵਾਹਿਗੁਰੂ ਦੇ ਉੱਤੇ ਆਪਾਂ ਆਪਣੇ ਨੇਕ ਕੰਮਾਂ ਦੇ ਵਿੱਚ ਜੁਟੇ ਰਵਾਂਗੇ, ਇਮਾਨਦਾਰੀ ਦਾ ਕਰਾਂਗੇ, ਇਮਾਨਦਾਰੀ ਦਾ ਖਾਵਾਂਗੇ। ਇਹ ਅੱਜ ਦੇ ਦਿਨ ਪ੍ਰਣ ਕਰਕੇ ਆਓ ਵੱਧਦੇ ਹਾਂ ਅੱਗੇ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੇ ਤੁਹਾਡੇ ਕੋਲ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।